Hello students, this is Ajit Pal Singh from Apollo Academy Sangrur. We have started new chapter of class 9th, that is the fundamental unit of life, which is the cell. बेटा कल ਆਪਾਂ ਸੈੱਲ ਦੀ ਹਿਸਟਰੀ ਬਾਰੇ ਡਿਸਕਸ ਕੀਤਾ ਸੀਗਾ। ਸੈੱਲ ਦੀ ਹਿਸਟਰੀ ਦੇ ਵਿੱਚ ਆਪਾਂ ਕਾਫੀ ਕੁਐਸਚਨ ਅਟੈਂਪਟ ਕੀਤੇ ਜਿਹੜੇ ਤੁਹਾਨੂੰ ਐਮਸੀਕਿਊ ਦੇ ਤੌਰ ਤੇ ਆ ਸਕਦੇ ਨੇ ਸਾਇੰਟਿਸਟ ਦੇ ਨਾਮ। ਤਾਂ ਮੈਂ ਇੱਕ ਨਾਮ ਦੁਬਾਰਾ ਤੁਹਾਡੇ ਤੋਂ ਪੁੱਛ ਰਿਹਾ, ਉਹਦਾ ਆਨਸਰ ਮੈਨੂੰ ਕਮੈਂਟ ਬਾਕਸ 'ਚ ਦੇ ਦਿਓ। ਹੂ ਇੰਪਰੂਵਡ ਦ ਸੈੱਲ ਥਿਊਰੀ, ਕਿਹੜਾ ਇਹੋ ਜਿਹਾ ਸਾਇੰਟਿਸਟ ਸੀ ਬੇਟਾ ਜਿਹਨੇ ਸੈੱਲ ਥਿਊਰੀ ਦੇ ਵਿੱਚ ਇੱਕ ਨਵੀਂ ਚੀਜ਼ ਐਡ ਕੀਤੀ ਸੀ। ਠੀਕ ਹੈ ਜੀ। ਤਾਂ ਬੇਟਾ ਅੱਜ ਆਪਣਾ ਕੀ ਡਿਸਕਸ਼ਨ ਕਰਨ ਦਾ ਟੌਪਿਕ ਕੀ ਆ? ਅੱਜ ਆਪਾਂ ਹਿਸਟਰੀ ਦੀ ਗੱਲ ਕੀਤੀ ਆ, ਸੈੱਲ ਹਿਸਟਰੀ ਦੀ ਗੱਲ ਕੀਤੀ ਆ। ਉਹ ਸੈੱਲ ਹਿਸਟਰੀ ਆਪਾਂ ਪੜ੍ਹ ਲਈ, ਉਸ ਤੋਂ ਬਾਅਦ ਹੁਣ ਹੌਲੀ ਹੌਲੀ ਕੀ ਹੋਣ ਲੱਗ ਰਿਹਾ, ਸਾਇੰਟਿਸਟ ਨੂੰ ਸੈੱਲ ਬਾਰੇ ਪਤਾ ਲੱਗਣ ਲੱਗਿਆ। ਸੈੱਲ ਕਿਸ ਤਰ੍ਹਾਂ ਦਾ, ਜਿਵੇਂ ਜਿਵੇਂ ਸਾਇੰਟੀਫਿਕ ਤਰੱਕੀਆਂ ਹੁੰਦੀਆਂ ਗਈਆਂ, ਜਿਵੇਂ ਜਿਵੇਂ ਇਲੈਕਟ੍ਰੋਨ ਮਾਈਕਰੋਸਕੋਪ ਆਉਂਦੇ ਗਏ, ਲਾਈਟ ਮਾਈਕਰੋਸਕੋਪ ਤੋਂ ਬਾਅਦ ਇਲੈਕਟ੍ਰੋਨ ਮਾਈਕਰੋਸਕੋਪ ਆਇਆ, ਉਹਦੇ ਨਾਲ ਸੈੱਲ ਦਾ ਹਰੇਕ ਛੋਟੇ ਤੋਂ ਛੋਟਾ ਹਿੱਸਾ ਆਪਾਂ ਦੇਖ ਲਿਆ। ਸੈੱਲ ਨੂੰ ਇੰਨੀ ਬਰੀਕੀ ਨਾਲ ਪੜ੍ਹਨ ਦਾ ਮੋਟਿਵ ਕੀ ਆ ਬੇਟਾ ਜੀ? ਬੇਟਾ ਸੈੱਲ ਨੂੰ ਇੰਨੀ ਬਰੀਕੀ ਨਾਲ ਪੜ੍ਹਨ ਦਾ ਮੋਟਿਵ ਇਹ ਆ, ਜਿੰਨੀਆਂ ਵੀ ਬਿਮਾਰੀਆਂ ਨੇ ਉਹ ਸਾਰੀਆਂ ਸੈੱਲ ਲੈਵਲ ਤੇ ਸ਼ੁਰੂ ਹੁੰਦੀਆਂ ਨੇ ਤੇ ਫਿਰ ਉਹ ਆਪਣੇ ਪੂਰੇ ਸਰੀਰ 'ਚ ਫੈਲ ਜਾਂਦੀਆਂ ਨੇ। ਜਿਹੜਾ ਕੈਂਸਰ ਹੈ, ਜਿਹਨੂੰ ਆਪਾਂ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭੈੜੀ ਬਿਮਾਰੀ ਆਖਦੇ ਹਾਂ ਜਾਂ ਕਹਿੰਦੇ ਹਾਂ, ਉਹ ਕੀ ਹੈ? ਉਹ ਸੈੱਲ ਦੀ ਹੀ ਬਿਮਾਰੀ ਆ। ਸੈੱਲ ਦੀ ਫੰਕਸ਼ਨਿੰਗ ਗੜਬੜ ਆ ਜਾਂਦੀ ਆ। ਜਿਹੜਾ ਕੰਮ ਫੰਕਸ਼ਨ ਕਰਨਾ ਹੁੰਦਾ ਸੈੱਲ ਨੇ, ਉਹ ਗੜਬੜਾ ਜਾਂਦਾ। ਸੈੱਲ ਨੇ ਕੀ ਫੰਕਸ਼ਨ ਕਰਨੇ ਨੇ, ਇਹ ਫੰਕਸ਼ਨ ਆਪਾਂ ਇਸ ਚੈਪਟਰ ਦੇ ਵਿੱਚ ਅਲੱਗ-ਅਲੱਗ ਤੌਰ ਤੇ ਪੜਾਂਗੇ ਤੇ ਬਹੁਤ ਹੀ ਡਿਟੇਲ ਦੇ ਵਿੱਚ ਪੜਾਂਗੇ। ਤਾਂ ਜਿਹੜਾ ਸੈੱਲ ਤੁਸੀਂ ਪੜ੍ਹ ਰਹੇ ਹੋ ਨਾ, ਇਹਦੀ ਮਹਿਮਾ ਹੀ ਇਹ ਆ ਵੀ ਜੇ ਤੁਸੀਂ ਇੱਕ ਸੈੱਲ ਸਮਝ ਗਏ ਤਾਂ ਤੁਸੀਂ ਆਪਣੀ ਬੋਡੀ ਬਾਰੇ ਬਹੁਤ ਕੁਝ ਜਾਣ ਗਏ। ਠੀਕ ਹੈ ਬੇਟਾ। ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਸੈੱਲ ਥਿਊਰੀ, ਜੋ ਕਿ ਸ਼ੈਲਡਨ ਤੇ ਸ਼ਵਾਨ ਨੇ ਦਿੱਤੀ ਸੀ। ਉਹਦੇ ਕੀ ਕੀ ਪੋਸਟੂਲੇਟ ਸੀ। ਹੁਣ ਬੇਟਾ ਪੋਸਟੂਲੇਟ ਸਮਝੋ ਕੀ ਹੁੰਦੇ ਨੇ। ਪੋਸਟੂਲੇਟ ਹੁੰਦੇ ਨੇ ਕਿਹੜੇ ਕਿਹੜੇ ਪੁਆਇੰਟਸ ਉਹਨਾਂ ਨੇ ਰਿਪਰੈਜ਼ੈਂਟ ਕੀਤੇ ਆਪਦੀ ਥਿਊਰੀ ਦੇ ਵਿੱਚ। ਤਾਂ ਸਭ ਤੋਂ ਪਹਿਲਾ ਪੁਆਇੰਟ ਸੀ ਬੇਟਾ, ਉਹ ਸੀ ਨੰਬਰ 1 ਪੋਸਟੂਲੇਟ, all the living beings are composed of minute units, the cells। ਕਹਿੰਦਾ ਜਿੰਨੇ ਵੀ ਲਿਵਿੰਗ ਬੀਇੰਗਸ ਨੇ, ਜਿੰਨੇ ਵੀ ਜਿਉਂਦੀਆਂ ਜਾਗਦੀਆਂ ਚੀਜ਼ਾਂ ਨੇਗੀਆਂ, ਉਹ ਸਾਰੀਆਂ ਕਿਹਦੇ ਨਾਲ ਬਣੀਆਂ ਹੋਈਆਂ ਨੇ? ਸੈੱਲਸ ਦੇ ਨਾਲ ਬਣੀਆਂ ਹੋਈਆਂ ਨੇ। ਹੁਣ ਬੇਟਾ ਲਿਵਿੰਗ ਬੀਇੰਗ ਤੇ ਨਾਨ ਲਿਵਿੰਗ ਬੀਇੰਗ 'ਚ ਕੀ ਫਰਕ ਆ? ਆਮ ਸ਼ਬਦਾਂ 'ਚ ਆਪਾਂ ਕਹੀਏ ਆਤਮਾ, ਬਟ ਸਾਇੰਟੀਫਿਕ ਸ਼ਬਦਾਂ 'ਚ ਆਪਾਂ ਕਹੀਏ ਲਿਵਿੰਗ ਬੀਇੰਗ ਦਾ ਮਤਲਬ ਆ ਉਹਦੇ ਸੈੱਲ ਦੇ ਵਿੱਚ ਉਹ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਜਿਹੜੀਆਂ ਉਹਨੂੰ ਜਿੰਦਾ ਰੱਖਣ ਲਈ ਜ਼ਰੂਰੀ ਨੇ। ਠੀਕ ਹੈ ਜੀ। ਮੁਰਦਾ ਦਾ ਮਤਲਬ ਕੀ ਆ? ਉਸ ਆਰਗੇਨਿਜ਼ਮ ਦੇ ਸੈੱਲ ਦੇ ਵਿੱਚ ਉਹ ਐਕਟੀਵਿਟੀਜ਼ ਨਹੀਂ ਹੋ ਰਹੀਆਂ ਜਿਹੜੀਆਂ ਉਹਨੂੰ ਜਿਉਂਦੇ ਰੱਖਣ ਲਈ ਜ਼ਰੂਰੀ ਨੇ। ਇਹਦਾ ਮਤਲਬ ਮੁਰਦਾ। ਮਤਲਬ ਸੈੱਲ ਦਾ ਮਤਲਬ ਕੀ ਆ? ਸੈੱਲ ਦਾ ਮਤਲਬ ਹੈ ਆਪਣੀ ਇੱਕ ਯੂਨਿਟ। ਜੇ ਉਹ ਇੱਕ ਯੂਨਿਟ ਨਹੀਂ ਕੰਮ ਕਰ ਰਹੀ, ਇਹਦਾ ਮਤਲਬ ਆਪਣਾ ਕੋਈ ਨਾ ਕੋਈ ਖਰਾਬੀ ਹੋ ਚੁੱਕੀ ਆ ਬੋਡੀ 'ਚ। ਸਾਰੀਆਂ ਯੂਨਿਟਸ ਲਗਾਤਾਰ ਇਕੱਠੇ ਕੰਮ ਕਰਦੀਆਂ ਨੇ ਤਾਂ ਕਿਤੇ ਆਪਣੀ ਜਾ ਕੇ ਹਿਊਮਨ ਬੋਡੀ ਕੰਮ ਕਰਦੀ ਆ। ਫੋਰ ਐਗਜ਼ਾਮਪਲ, ਇਹ ਮੈਂ ਹੱਥ ਹਿਲਾ ਰਿਹਾ, ਤੁਹਾਨੂੰ ਕੀ ਲੱਗ ਰਿਹਾ ਇਹ 'ਚ ਇਕੱਲੀਆਂ ਹੱਡੀਆਂ ਕੰਮ ਕਰਦੀਆਂ ਨੇ? ਬੇਟਾ ਹੱਡੀਆਂ ਦੇ ਸੈੱਲਸ, ਕਿਉਂਕਿ ਹੱਡੀਆਂ ਵੀ ਸੈੱਲਸ ਦੀਆਂ ਬਣੀਆਂ ਹੁੰਦੀਆਂ ਨੇ। ਹੱਡੀਆਂ ਅੱਗੇ ਟਿਸ਼ੂ ਆ ਗਈਆਂ, ਉਦੋਂ ਬਾਅਦ ਮੇਰੇ ਮਸਕੂਲਰ ਸੈੱਲਸ ਉਹ ਕੰਮ ਕਰ ਰਹੇ ਹੋਣਗੇ। ਮੇਰਾ ਬਲੱਡ ਆ ਜਿਹੜਾ ਉਹ ਇਹ 'ਚ ਫਲੋ ਕਰ ਰਿਹਾ, ਉਹ ਬਲੱਡ ਦੇ RBCA 'ਚ ਆ ਰਹੇ ਹੋਣਗੇ, WBCA 'ਚ ਆ ਰਹੇ ਹੋਣਗੇ। ਨਾਲ ਦੀ ਨਾਲ ਇਹਦੇ ਵਿੱਚ ਮਿਨਰਲਸ ਵੀ ਫਲੋ ਕਰ ਰਹੇ ਹੋਣਗੇ, ਜਿਹਦੇ ਕਰਕੇ ਮੈਂ ਇਹਨਾਂ ਨੂੰ ਹਿਲਾਉਣ ਦੇ ਯੋਗ ਹੋਇਆ। ਉਹ ਆਪਾਂ ਪੜਾਂਗੇ ਮਸਲਸ ਕਿਵੇਂ ਕੰਮ ਕਰਦੇ ਨੇ। ਤਾਂ ਬੇਟਾ ਇਹ ਸਾਰਾ ਕੁਝ ਕਲੈਕਟਿਵਲੀ ਕੰਮ ਕਰਦਾ। ਸ਼ੁਰੂਆਤ ਕਿੱਥੋਂ ਹੁੰਦੀ ਆ? ਸੈੱਲ ਤੋਂ ਹੁੰਦੀ ਆ। ਜੇ ਸੈੱਲ ਨਹੀਂ ਕਲੈਕਟਿਵਲੀ, ਜੇ ਸੈੱਲ ਇੱਕ ਨਹੀਂ ਕੰਮ ਕਰੂ ਤਾਂ ਕਲੈਕਸ਼ਨ ਆਫ ਸੈੱਲਸ ਕਿਵੇਂ ਕੰਮ ਕਰਨਗੇ? ਠੀਕ ਹੈ ਜੀ। ਸੈਕੰਡ ਪੋਸਟੂਲੇਟ ਇਜ਼ all cell, a cell is a mass of protoplasm। ਪ੍ਰੋਟੋਪਲਾਜ਼ਮ ਕੀ ਆ ਬੇਟਾ? ਸੈੱਲ, ਮੈਂ ਤੁਹਾਨੂੰ ਕਿਹਾ ਸੀ ਨਾ ਵੀ ਸੈੱਲ ਇੱਕ ਗੋਲ ਗੱਪੇ ਦੀ ਤਰ੍ਹਾਂ ਗਾ। ਤਾਂ ਪ੍ਰੋਟੋਪਲਾਜ਼ਮ ਆ ਗੋਲ ਗੱਪੇ ਦੇ ਵਿੱਚ ਭਰੀ ਹੋਈ ਚੀਜ਼, ਲਿਕੁਇਡ ਸੈਮੀ ਫਲੂਇਡ ਥਿੰਗ। ਠੀਕ ਹੈ। ਕਹਿੰਦਾ ਪ੍ਰੋਟੋਪਲਾਜ਼ਮ ਹੁੰਦਾ ਉਹਦੇ ਵਿੱਚ ਕੰਟੇਨਿੰਗ ਅ ਨਿਊਕਲੀਅਸ। ਉਹ ਪ੍ਰੋਟੋਪਲਾਜ਼ਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਹਿੱਸਾ ਕੀ ਆ? ਨਿਊਕਲੀਅਸ। ਇਹ ਆਪਾਂ ਉਦੋਂ ਜ਼ਿਆਦਾ ਡਿਟੇਲ ਨਾਲ ਸਮਝਾਂਗੇ। ਅੱਜ ਮੈਂ ਤੁਹਾਨੂੰ ਡਾਇਗਰਾਮਸ ਵੀ ਬਣਵਾਉਣੀਆਂ ਦੱਸੂਗਾ। ਅੱਜ ਮੈਂ ਤੁਹਾਡੇ ਸਾਹਮਣੇ ਡਾਇਗਰਾਮ ਬਣਾਉਂ ਸੈੱਲ ਦੀ। ਠੀਕ ਹੈ। ਉਸ ਤੋਂ ਬਾਅਦ ਆਪਾਂ ਉਹਦੇ ਕੱਲੇ ਪਾਰਟ ਨੂੰ ਲੇਬਲ ਕਰਾਂਗੇ। ਉਹ ਲੇਬਲਿੰਗ ਨਾਲ ਤੁਹਾਨੂੰ ਕੱਲੀ ਚੀਜ਼ ਸਮਝ ਆਊ ਤੇ ਅੱਜ ਦਾ ਲੈਕਚਰ ਤੁਸੀਂ ਐਜ਼ ਇਟ ਯਾਦ ਕਰਨਾ। ਠੀਕ ਹੈ। ਕਿਉਂਕਿ ਲੇਬਲਿੰਗ ਜਿੰਨਾ ਟਾਈਮ ਤੁਹਾਨੂੰ ਯਾਦ ਨਹੀਂ ਹੁੰਦੀ, ਉਹਨਾਂ ਟਾਈਮ ਤੁਸੀਂ ਫੰਕਸ਼ਨਿੰਗ ਨਹੀਂ ਯਾਦ ਕਰ ਸਕਦੇ। ਠੀਕ ਹੈ। ਜਿੰਨਾ ਟਾਈਮ ਆਪਾਂ ਨੂੰ ਆਪਣੀ ਬੋਡੀ ਦੇ ਅੰਗਾਂ ਦਾ ਹੀ ਨਹੀਂ ਨਾਮ ਪਤਾ ਵੀ ਦਿਸ ਇਜ਼ ਕਾਲਡ ਫੀਟ, ਦਿਸ ਇਜ਼ ਲੈਗ, ਦਿਸ ਇਜ਼ ਆਰਮ, ਦਿਸ ਇਜ਼ ਨੈਕ, ਠੀਕ ਹੈ, ਦਿਸ ਇਜ਼ ਨੋਜ਼, ਆਈਜ਼, ਈਅਰਸ, ਉਹਨਾਂ ਟਾਈਮ ਆਪਾਂ ਇਹਨਾਂ ਦੇ ਕੰਮ ਵੀ ਨਹੀਂ ਯਾਦ ਕਰ ਸਕਦੇ। ਤਾਂ ਉਸੇ ਤਰ੍ਹਾਂ ਬੇਟਾ ਸੈੱਲ ਦੇ ਜਿੰਨਾ ਟਾਈਮ ਆਪਾਂ ਪਾਰਟ ਨਹੀਂ ਯਾਦ ਕਰਦੇ, ਉਹਨਾਂ ਟਾਈਮ ਆਪਾਂ ਸੈੱਲ ਦੇ ਫੰਕਸ਼ਨ ਨਹੀਂ ਯਾਦ ਕਰਦੇ। ਠੀਕ ਹੈ। ਤਾਂ ਉਹ ਕਹਿੰਦਾ ਕਿਹਦੇ ਬਣਿਆ ਹੋਇਆ? ਜ਼ਿਆਦਾਤਰ ਕੰਟੇਨਿੰਗ ਅ ਨਿਊਕਲੀਅਸ ਬਾਉਂਡਡ ਬਾਈ ਅ ਸੈੱਲ ਮੈਂਬਰੇਨ। ਬੇਟਾ ਸੈੱਲ ਮੈਂਬਰੇਨ ਦਾ ਨਾਮ ਹੈ ਪਲਾਜ਼ਮਾ ਮੈਂਬਰੇਨ। ਕੀ ਹੈ ਇਹਦਾ ਨਾਮ? ਪਲਾਜ਼ਮਾ ਮੈਂਬਰੇਨ। ਸੈੱਲ ਦੇ ਉੱਤੇ ਇੱਕ ਮੈਂਬਰੇਨ ਹੁੰਦੀ ਹੈ। ਹਰੇਕ ਸੈੱਲ ਦੂਜੇ ਸੈੱਲ ਤੋਂ ਅਲੱਗ ਹੈ। ਜਿਵੇਂ ਆਪਾਂ ਕਹਿ ਦਈਏ ਨਾ, ਹਰੇਕ ਘਰ ਦੀ ਬਾਉਂਡਰੀ ਹੁੰਦੀ ਹੈ,
ਹਰੇਕ ਘਰ ਦੀ ਬਾਉਂਡਰੀ ਵਾਲ ਹੁੰਦੀ ਆ, ਤਾਂ ਇਸ ਤਰ੍ਹਾਂ ਹਰੇਕ ਸੈੱਲ ਦੀ ਬਾਉਂਡਰੀ ਵਾਲ ਹੁੰਦੀ ਆ ਜਿਹਨੂੰ ਆਪਾਂ ਮੈਂਬਰੇਨ ਕਹਿੰਦੇ ਆ, ਠੀਕ ਹੈ, ਪਲਾਜ਼ਮਾ ਮੈਂਬਰੇਨ ਕਹਿੰਦੇ ਆ, ਸੈੱਲ ਮੈਂਬਰੇਨ ਕਹਿੰਦੇ ਆ। ਐਂਡ ਸਮ ਕੇਸਿਸ ਬਾय ਸੈੱਲ ਵਾਲ, ਪਲਾਂਟ ਦੇ ਵਿੱਚ ਪਲਾਜ਼ਮਾ ਮੈਂਬਰੇਨ ਤਾਂ ਹੁੰਦੀ ਆ, ਨਾਲ ਦੀ ਨਾਲ ਕੀ ਹੁੰਦਾ, ਇੱਕ ਹੋਰ ਪੱਕੀ ਵਾਲ ਹੁੰਦੀ ਆ ਕਾਲਡ ਸੈੱਲ ਵਾਲ। ਸੈੱਲ ਵਾਲ ਕਿਹਦੀ ਬਣੀ ਹੁੰਦੀ ਆ, ਸੈੱਲ ਵਾਲ ਇਜ਼ ਮੇਡ ਅਪ ਆਫ ਸੈਲੂਲੋਜ਼, ਠੀਕ ਹੈ, ਉਹ ਸੈਲੂਲੋਜ਼ ਦੀ ਬਣੀ ਹੁੰਦੀ ਆ, ਤੇ ਉਹ ਕੀ ਕਰਦੀ ਆ, ਉਹਨੂੰ ਇੱਕ ਸਟਰਕਚਰ ਪ੍ਰੋਵਾਈਡ ਕਰਦੀ ਆ, ਪ੍ਰੋਪਰ ਸਟਰਕਚਰ ਪ੍ਰੋਵਾਈਡ ਕਰਦੀ ਆ, ਆਪਾਂ ਅੱਗੇ ਡਿਸਕਸ ਕਰਾਂਗੇ। ਸੈੱਲ ਵਾਲ ਇੱਕ ਵਾਲ ਦੀ ਤਰ੍ਹਾਂ, ਠੀਕ ਹੈ, ਅੰਦਰੋਂ ਕੁਝ ਮਰਜ਼ੀ ਹੋਈ ਜਾਵੇ ਬਟ ਉਹਦਾ ਬਾਹਰਲਾ ਸਟਰਕਚਰ ਕੀ ਰਹੂਗਾ, ਸੇਮ ਰਹੂਗਾ ਸੈੱਲ ਦਾ। ਐਵੇਂ ਜੇ ਐਨੀਮਲ ਸੈੱਲ ਦੀ ਗੱਲ ਕਰੀਏ, ਐਨੀਮਲ ਸੈੱਲ ਦੇ ਵਿੱਚ ਕੀ ਆ ਬਟ ਸੈੱਲ ਵਾਲ ਨਹੀਂ ਹੈਗੀ। ਜੇ ਸੈੱਲ ਨੂੰ ਕੁਝ ਹੋ ਰਿਹਾ ਤਾਂ ਸੈੱਲ ਦੀ ਸ਼ੇਪ ਚੇਂਜ ਹੋ ਜੂਗੀ, ਠੀਕ ਹੈ, ਕਿਉਂਕਿ ਉਹਦੇ ਸੈੱਲ ਵਾਲ ਨਹੀਂ ਹੈਗੀ। ਸੈੱਲ ਵਾਲ ਦਾ ਮਤਲਬ ਇੱਕ ਸਖਤ ਖੋਲ, ਸਖਤ ਬਣੀ ਹੋਈ ਚੀਜ਼ ਆਲੇ ਦੁਆਲੇ, ਠੀਕ ਹੈ, ਜਦ ਕਿ ਐਨੀਮਲ ਸੈੱਲ ਦੇ ਵਿੱਚ ਉਹ ਸਖਤ ਚੀਜ਼ ਨਹੀਂ ਹੁੰਦੀ, ਤਾਂ ਹੀ ਆਪਣੀ ਸਕਿਨ ਸਖਤ ਨਹੀਂ ਹੁੰਦੀ, ਤਾਂ ਹੀ ਜਿਹੜੇ ਪੱਤੇ ਆਪਣਾ ਯੂ ਕੈਨ ਸੇ ਦਰਖਤ ਹੁੰਦਾ ਗਾ ਜਾਂ ਫਿਰ ਪਲਾਂਟਸ ਹੁੰਦੇ ਨੇ, ਉਹਨਾਂ ਦਾ ਜਿਹੜਾ ਤਣਾ ਹੁੰਦਾ ਗਾ, ਸਟੈਮ ਹੁੰਦੀ ਆ, ਉਹ ਕਿੰਨੀ ਸਖਤ ਹੁੰਦੀ ਆ, ਕਿਉਂ, ਕਿਉਂਕਿ ਉਹਦੇ ਜ਼ਿਆਦਾਤਰ ਸੈੱਲ ਹੁੰਦੇ ਨੇ ਡੈੱਡ ਹੋਏ, ਠੀਕ ਹੈ, ਉਹ ਡੈੱਡ ਸੈੱਲ ਹੁੰਦੇ ਨੇ, ਪਰ ਡੈੱਡ ਸੈੱਲ ਪਹਿਲਾਂ ਉਹ ਲਿਵਿੰਗ ਸੀਗੇ, ਲਿਵਿੰਗ ਦੇ ਆਲੇ ਦੁਆਲੇ ਕੀ ਸੀ, ਸੈੱਲ ਵਾਲ, ਉਹ ਸੈੱਲ ਵਾਲ ਕਰਕੇ ਉਹ ਬਹੁਤ ਸਖਤ ਕੀ ਬਣਾ ਲੈਂਦਾ, ਆਪਦੇ ਆਪ ਨੂੰ ਸਟੈਮ ਬਣਾ ਲੈਂਦਾ ਗਾ, ਠੀਕ ਹੈ ਜੀ, ਤਾਂ ਉਹਦੀ ਸੈੱਲ ਵਾਲ ਹੁੰਦੀ ਆ। ਅੱਗੇ ਉਹ ਕਹਿ ਰਿਹਾ all cells are basically alike in structure and basic activities, ਕਹਿੰਦਾ ਸਾਰੇ ਸੈੱਲ ਨਾਲੇ ਤਾਂ ਸਟਰਕਚਰ ਦੇ ਵਿੱਚ ਨਾਲੇ ਕੰਮ ਦੇ ਵਿੱਚ ਸੇਮ ਹੁੰਦੇ ਨੇਗੇ, ਪਰ ਜਦੋਂ ਸੈੱਲ ਕਲੈਕਟਿਵਲੀ ਕੰਮ ਕਰਦੇ ਨੇ ਉਦੋਂ ਇੱਕ ਨਵਾਂ ਟਿਸ਼ੂ ਬਣਾਉਂਦੇ ਨੇ। ਫੋਰ ਐਗਜ਼ਾਮਪਲ ਜਿਹੜੇ ਸੈੱਲ ਬੇਟਾ ਮੇਰੀ ਸਕਿਨ 'ਚ ਨੇ ਉਹੀ ਸੈੱਲ ਮੇਰੀਆਂ ਹੱਡੀਆਂ 'ਚ ਨੇ, ਪਰ ਫਰਕ ਕੀ ਆ, ਹੱਡੀਆਂ ਦੇ ਸੈੱਲ ਇਕੱਠੇ ਹੋ ਕੇ ਅਲੱਗ ਤਰ੍ਹਾਂ ਨਾਲ ਕੰਮ ਕਰ ਰਹੇ ਨੇ, ਠੀਕ ਹੈ ਜੀ, ਸਕਿਨ ਦੇ ਸੈੱਲ ਇਕੱਠੇ ਹੋ ਕੇ ਅਲੱਗ ਤਰ੍ਹਾਂ ਨਾਲ ਕੰਮ ਕਰ ਰਹੇ ਨੇ। ਜਿਹੜੇ ਸੈੱਲ ਦੀ ਮੇਰੀ ਜੀਭ ਬਣੀ ਹੋਈ ਆ ਉਸੇ ਸੈੱਲ ਦੀ ਮੇਰੀ ਆਰਮ ਬਣੀ ਹੋਈ ਆ, ਪਰ ਇਸ਼ੂ ਕੀ ਹੈਗਾ, ਇਸ਼ੂ ਇਹ ਆ ਜੀਭ ਦੇ ਜਿਹੜੇ ਸੈੱਲ ਨੇ ਉਹ ਇਕੱਠੇ ਹੋ ਕੇ ਹੋਰ ਤਰ੍ਹਾਂ ਨਾਲ ਕੰਮ ਕਰ ਰਹੇ ਨੇ, ਤੇ ਜਿਹੜੇ ਮੇਰੇ ਆਰਮ ਦੇ ਸੈੱਲਸ ਨੇ ਉਹ ਇਕੱਠੇ ਹੋ ਕੇ ਹੋਰ ਤਰ੍ਹਾਂ ਨਾਲ ਕੰਮ ਕਰ ਰਹੇ ਨੇ। ਇਹਦਾ ਮਤਲਬ ਕੀ ਹੋ ਗਿਆ, ਬੇਸਿਕ ਯੂਨਿਟ ਸੇਮ ਆ ਬਟ ਉਹਨਾਂ ਦਾ ਕਲੈਕਟਿਵ ਹੋਣਾ ਡਿਫਰੈਂਟ ਹੁੰਦਾ। ਜਿਵੇਂ ਆਪਾਂ ਬਲੌਕਸ ਬਣਾਉਣੇ ਆ ਘਰੇ, ਲੀਗੋ ਬਲੌਕਸ ਹੁੰਦੇ ਸੀ ਪਹਿਲਾਂ, ਉਹ ਹੁੰਦੇ ਸੇਮ ਬਲੌਕਸ ਨੇ ਸਾਰੇ, ਠੀਕ ਹੈ, ਉਹਦੇ ਨਾਲ ਆਪਾਂ ਕੁਝ ਵੀ ਬਣਾ ਸਕਦੇ ਹਾਂ, ਵੱਡਾ ਘਰ, ਛੋਟਾ ਘਰ, ਠੀਕ ਹੈ। ਚਲੋ ਉਹ ਛੱਡੋ, ਲੀਗੋ ਛੱਡੋ, ਆਪਾਂ ਗੱਲ ਕਰਦੇ ਹਾਂ ਇੱਟਾਂ ਦੀ। ਇੱਟਾਂ ਨਾਲ ਬੇਟਾ ਆਪਾਂ, ਇੱਟਾਂ ਬੇਸਿਕ ਬਲੌਕਸ ਨੇ ਆਪਣੇ ਘਰ ਦੀਆਂ, ਉਹਦੇ ਨਾਲ ਆਪਾਂ ਕਮਰਾ ਵੀ ਬਣਾ ਸਕਦੇ ਹਾਂ, ਇੱਟਾਂ ਨਾਲ ਆਪਾਂ ਕੰਧ ਵੀ ਬਣਾ ਸਕਦੇ ਹਾਂ, ਠੀਕ ਹੈ, ਅਰੇਂਜਮੈਂਟ ਤੇ ਡਿਪੈਂਡ ਕਰਦਾ ਨਾ, ਪਰ ਬਣਦਾ ਤਾਂ ਸਾਰਾ ਕੁਝ ਕਿਹਦਾ ਗਾ, ਇੱਟਾਂ ਦਾ ਹੀ ਬਣਦਾ, ਬ੍ਰਿਕਸ ਦਾ ਹੀ ਬਣਦਾ। ਉਸੇ ਤਰ੍ਹਾਂ ਬੇਟਾ ਸੈੱਲ ਆਪਣਾ ਕੀ ਹੈ, ਬੇਸਿਕ ਬਿਲਡਿੰਗ ਬਲੌਕ ਹੈ, ਉਹਦਾ ਸਾਰਿਆਂ ਦਾ ਫੰਕਸ਼ਨ ਸੇਮ ਆ ਬਟ ਕਲੈਕਟਿਵਲੀ ਉਹ ਅਲੱਗ-ਅਲੱਗ ਤਰ੍ਹਾਂ ਦੇ ਕੰਮ ਪਰਫਾਰਮ ਕਰਦੇ ਨੇ, ਜਿਨ੍ਹਾਂ ਨੂੰ ਆਪਾਂ ਟਿਸ਼ੂ ਕਹਿੰਦੇ ਆ। ਤਾਂ ਟਿਸ਼ੂ ਕੀ ਨੇ, ਸੈੱਲਸ ਦੀਆਂ ਕਲੈਕਸ਼ਨ ਨੇ ਜਿਹੜੀਆਂ ਆਪਣੇ ਬਾਡੀ ਦੇ ਵਿੱਚ ਅਲੱਗ-ਅਲੱਗ ਕੰਮ ਕਰਦੀਆਂ ਨੇ, ਪਰ ਉਹਨਾਂ ਦਾ ਫੰਡਾਮੈਂਟਲ ਸਟਰਕਚਰ ਕੀ ਆ, ਸੈੱਲ ਹੀ ਹੈ, ਠੀਕ ਹੈ ਜੀ। ਨੈਕਸਟ ਆ ਗਿਆ, ਦ ਫੰਕਸ਼ਨ ਆਫ ਐਨ ਆਰਗੇਨਿਜ਼ਮ ਐਜ਼ ਅ ਹੋਲ ਇਜ਼ ਦ ਰਿਜ਼ਲਟ ਆਫ ਐਕਟੀਵਿਟੀਜ਼ ਐਂਡ ਇੰਟਰੈਕਸ਼ਨ ਆਫ ਦ ਕਨਸਟੀਟੂਐਂਟ ਸੈੱਲ। ਕਹਿੰਦਾ ਜਿਹੜੀ ਆਪਣੀ ਕੋਈ ਬਾਡੀ ਦਿਖਦੀ ਆ ਨਾ ਅਸਲ ਦੇ, ਜਿਵੇਂ ਤੁਹਾਨੂੰ ਮੇਰਾ ਆ ਇੰਨਾ ਹਿੱਸਾ ਦਿਖ ਰਿਹਾ, ਇਹ ਕੀ ਆ, ਕਹਿੰਦਾ ਬਣੇ ਤਾਂ ਸਾਰਾ ਇਹ ਸੈੱਲਾਂ ਦਾ ਹੋਇਆ, ਪਰ ਇਹ ਕਿਵੇਂ ਫੰਕਸ਼ਨ ਕਰੂਗੀ, ਇਹ ਕੀ ਕੰਮ ਕਰੂਗੀ, ਉਹ ਸਾਰਾ ਇਹਦੇ ਸੈੱਲਸ ਤੇ ਡਿਪੈਂਡ ਕਰਦਾ ਵੀ ਇਹਦੇ ਵਿੱਚ ਸੈੱਲ ਕਿਸ ਤਰ੍ਹਾਂ ਦੇ ਨੇ, ਉਹ ਕਿਸ ਤਰ੍ਹਾਂ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਨੇ, ਕਿਸ ਤਰ੍ਹਾਂ ਦੀਆਂ ਇੰਟਰੈਕਸ਼ਨਸ ਕਰਦੇ ਨੇ ਉਹ ਇੱਕ ਦੂਜੇ ਨਾਲ। ਇਹ ਆਪਾਂ ਜ਼ਿਆਦਾ ਡਿਟੇਲ 'ਚ ਟਿਸ਼ੂ ਚੈਪਟਰ ਦੇ ਵਿੱਚ ਪੜਾਂਗੇ, ਇੰਟਰੈਕਸ਼ਨਸ ਬਾਰੇ ਆਪਾਂ ਜ਼ਿਆਦਾ ਡਿਟੇਲ 'ਚ ਟਿਸ਼ੂ ਚੈਪਟਰ ਦੇ ਵਿੱਚ ਪੜਾਂਗੇ ਬੇਟਾ। ਨੈਕਸਟ ਆ ਗਿਆ, all living cells arises from pre-existing cell। ਕਹਿੰਦਾ ਜਿਹੜੇ ਸਾਰੇ ਲਿਵਿੰਗ ਸੈੱਲ ਨੇ ਨਾ ਉਹ ਪੁਰਾਣੇ ਪ੍ਰੀ ਐਗਜ਼ਿਸਟਿੰਗ ਸੈੱਲਾਂ ਤੋਂ ਬਣਦੇ ਨੇ। ਮਤਲਬ ਸੈੱਲ ਲਗਾਤਾਰ ਕੀ ਹੁੰਦੇ ਜਾਂਦੇ ਨੇ, ਸੈੱਲ ਬੇਟਾ ਲਗਾਤਾਰ ਆਪਦੇ ਆਪ ਨੂੰ ਟੁੱਟਦੇ ਜਾਂਦੇ ਨੇ ਤੇ ਦੁਬਾਰਾ ਨਵੇਂ ਜਨਰੇਟ ਹੋਈ ਜਾਂਦੇ ਨੇ, ਟੁੱਟਦੇ ਜਾਂਦੇ ਨੇ, ਨਵੇਂ ਜਨਰੇਟ ਹੋਈ ਜਾਂਦੇ ਨੇ, ਠੀਕ ਹੈ ਜੀ। ਤਾਂ ਇਹ ਆਪਣੀ ਸੈੱਲ ਥਿਊਰੀ ਆ। ਤਾਂ ਥੋੜਾ ਜਿਹਾ ਨਾਲ ਹੋਰ ਰਹੋ, ਆਪਾਂ ਅੱਗੇ ਰੀਡ ਕਰਨਾ ਯੂਨੀਸੈਲੂਲਰ ਐਂਡ ਮਲਟੀ ਸੈਲੂਲਰ ਆਰਗੇਨਿਜ਼ਮਸ, ਠੀਕ ਹੈ ਸਰ। ਹਾਂਜੀ ਬੇਟਾ, ਸੈੱਲਸ ਬਾਰੇ ਆਪਾਂ ਗੱਲ ਕੀਤੀ, ਸੈੱਲਸ ਕਿਸ ਤਰ੍ਹਾਂ ਨਾਲ ਓਰੀਐਂਟੇਸ਼ਨ ਹੁੰਦੀ ਆ ਆਪਣੀ ਬੋਡੀ 'ਚ, ਕਿਸ ਤਰ੍ਹਾਂ ਨਾਲ ਉਹ ਕੰਮ ਕਰਦੇ ਨੇ, ਉਹ ਸੈੱਲ ਥਿਊਰੀ ਨੇ ਦੱਸਤਾ ਸਾਰਾ ਕੁਝ। ਅੱਗੇ ਆਪਾਂ ਗੱਲ ਕਰਦੇ ਹਾਂ ਹੁਣ ਜਿਹੜੇ ਸੈੱਲਸ ਸਾਇੰਟਿਸਟ ਨੇ ਸਭ ਤੋਂ ਪਹਿਲਾਂ ਦੇਖੇ, ਮਾਈਕਰੋ ਆਰਗੇਨਿਜ਼ਮਸ ਦੇਖੇ। ਉਹ ਕੀ ਦੇਖੇ, ਮਾਈਕਰੋ ਆਰਗੇਨਿਜ਼ਮਸ। ਉਹ ਮਾਈਕਰੋ ਆਰਗੇਨਿਜ਼ਮ ਕੀ ਸੀ, ਉਹ ਕੋਈ ਬਹੁਤ ਜ਼ਿਆਦਾ ਵੱਡੇ ਆਰਗੇਨਿਜ਼ਮ ਨਹੀਂ ਸੀ, ਉਹ ਸਿਰਫ ਸਿੰਗਲ ਸੈੱਲ ਆਰਗੇਨਿਜ਼ਮ ਸੀਗੇ, ਇੱਕ ਸੈੱਲ ਹੀ ਸੀ ਉਹਨਾਂ ਦਾ, ਹੋਰ ਉਹਨਾਂ 'ਚ ਕੋਈ ਬਾਹਲਾ ਵੱਡਾ ਆਪਣੇ ਕੋਲ ਕੋਈ ਬੋਡੀ ਸਟਰਕਚਰ ਨਹੀਂ ਸੀ। ਦੋ ਆਰ ਓਨਲੀ ਸਿੰਗਲ ਸੈੱਲ ਆਰਗੇਨਿਜ਼ਮਸ। ਤਾਂ ਇਸ ਤਰ੍ਹਾਂ ਨਾਲ ਬੇਟਾ ਜਿਹੜੇ ਆਰਗੇਨਿਜ਼ਮਸ ਨੇ ਉਹ ਦੋ ਤਰ੍ਹਾਂ ਦੇ ਮੰਨੇ ਗਏ। ਕਿਹੜੇ ਕਿਹੜੇ ਮੰਨੇ ਗਏ? ਨੰਬਰ 1 ਮੰਨਿਆ ਗਿਆ ਬੇਟਾ ਯੂਨੀਸੈਲੂਲਰ ਆਰਗੇਨਿਜ਼ਮਸ। ਯੂਨੀਸੈਲੂਲਰ ਦਾ ਮਤਲਬ ਸਿੰਗਲ ਸੈੱਲ ਆਰਗੇਨਿਜ਼ਮ, ਯੂਨੀ ਦਾ ਮਤਲਬ ਹੁੰਦਾ ਸਿੰਗਲ,
ठीक है जी। यूनीफिकेशन इकट्ठे हो जाना मतलब एक हो जाना। तो यूनी का मतलब है बेटा सिंगल थिंग। मल्टी सैलूलर ऑर्गेनिजम्स वो ऑर्गेनिजम्स जिन्हों के ज़्यादा सैल सीगे, एक तो ज़्यादा सैल, ठीक है। तो आप देखिए आप मल्टी सैलूलर हाँ या यूनी सैलूलर हाँ? ऑबवियसली वी आर मल्टी सैलूलर, वी हैव ट्रिलियंस ऑफ सैल्स, ठीक है। एवं प्लांट्स कोई भी एनीमल आ जिहड़ा तुहानूं वड्डा दिंदा साइज च, वो की है एक मल्टी सैलूलर ऑर्गेनिज्म आ। यूनीसैलूलर ऑर्गेनिज्म फिर कौन होंगे बेटा? यूनीसैलूलर ऑर्गेनिज्म होंगे बैक्टीरियाज जिहड़े सिर्फ एक सैल दे बने होंगे, युगलीना, ठीक है जी, एमीबा, प्रोटोजोआ, ठीक है, डायएटम्स, ये सारे की होंगे यूनीसैलूलर ऑर्गेनिजम्स होंगे, ठीक है। इन्हां दे विच भी अगे क्लासीफिकेशन हैगियां, वो आपां क्लासीफिकेशन पढ़ांगे ना जदों क्लासीफिकेशन चैप्टर आऊगा, क्लासीफिकेशन ऑफ डाइवर्सिटी, ਉਹਦੇ ਵਿੱਚ ਆਪਾਂ ਹੋਰ ਡਿਟੇਲ ਦੇ ਵਿੱਚ ਪੜਾਂਗੇ। ਜਸਟ ਆਪਾਂ ਹਜੇ ਐਗਜ਼ਾਮਪਲਾਂ ਡਿਸਕਸ ਕੀਤੀਆਂ, ਠੀਕ ਹੈ। ਹੁਣ ਕੀ ਆ ਬੇਟਾ ਡਿਫਰੈਂਸਿਸ ਕੀ ਨੇ ਯੂਨੀਸੈਲੂਲਰ ਤੇ ਮਲਟੀਸੈਲੂਲਰ ਆਰਗੇਨਿਜ਼ਮ ਦੇ ਵਿੱਚ? ਕਹਿੰਦਾ ਯੂਨੀਸੈਲੂਲਰ ਆਰਗੇਨਿਜ਼ਮ ਕੰਸਿਸਟ ਆਫ ਸਿੰਗਲ ਸੈਲ, ਇੱਕ ਸੈਲ ਦੇ ਬਣੇ ਹੁੰਦੇ ਨੇ ਐਜ਼ ਉਹਨਾਂ ਦਾ ਨਾਮ ਦੱਸ ਰਿਹਾ ਜਿਵੇਂ। ਮਲਟੀਸੈਲੂਲਰ ਆਰਗੇਨਿਜ਼ਮ ਇਟ ਕੰਸਿਸਟ ਆਫ ਅ ਲਾਰਜ ਨੰਬਰ ਆਫ ਸੈਲਸ, ਠੀਕ ਹੈ, ਇਹਨਾਂ ਦੇ ਕਾਫੀ ਜ਼ਿਆਦਾ ਨੰਬਰ ਹੁੰਦੇ ਨੇ ਸੈਲ ਦੇ। यूनीसैलूलर क्योंकि एक दा बनया होया तां करके अ सिंगल सैल परफॉर्म ऑल द लाइफ एक्टिविटीज़। अ सिंगल सैल इक्को ही सैल आ जिहड़ा वो सारियां लाइफ एक्टिविटीज़ परफॉर्म करूगा। किवें लाइफ एक्टिविटीज़ की ने? लाइफ एक्टिविटीज़ ने न्यूट्रीशन, रेस्पिरेशन, एक्सक्रीशन ते रिप्रोडक्शन, ठीक है। तो सिंगल सैल ही सारा कुछ करू, सिंगल सैल ही खाऊगा, ਉਹੀ डाइजैसट करूगा, ਉਹੀ एक्सक्रीट करूगा, वो सारा कुछ करूगा, ਉਹੀ अपना रिप्रोड्यूस करूगा। ਇਹਦਾ मतलब ਕੀ ਆ ਉੱਥੇ ਕੀ ਆ ਇੱਕ ਹੀ ਸੈੱਲ ਸਾਰਾ ਕੁਝ ਕਰ ਰਿਹਾ। ਜਿਵੇਂ ਤੁਸੀਂ ਅਮੀਬਾ ਦਾ ਨਿਊਟ੍ਰੀਸ਼ਨ ਪੜਿਆ ਹੋਊ 8th ਕਲਾਸ ਦੇ ਵਿੱਚ, ਉਹ ਕੀ ਕਰਦਾ ਇੱਕ ਐਨਗਲਫ ਬਣਾਉਂਦਾਗਾ ਹਨਾ ਆਪਦੇ ਫੂਡ ਪਾਰਟੀਕਲ ਦੇ ਆਲੇ ਦੁਆਲੇ, ਬਸ ਉਹਨੂੰ ਆਪ ਹੀ ਖਾ ਖੂ ਕੇ ਸਾਰਾ ਕੁਝ, ਉਹਦਾ ਕੋਈ ਮੂੰਹ ਨਹੀਂ ਹੁੰਦਾ, ਉਹਦਾ ਕੋਈ ਮਤਲਬ ਐਲੀਮੈਂਟਰੀ ਕਨਾਲ ਨਹੀਂ ਹੁੰਦੀ, ਨਾ ਹੱਥ ਹੁੰਦੇ ਨੇ ਨਾ ਬਾਹਾਂ ਹੁੰਦੀਆਂ ਨੇ, ਸਿੰਗਲ ਸੈੱਲ ਹੁੰਦਾ, ਉਹ ਸਿੰਗਲ ਸੈੱਲ ਹੀ ਸਾਰਾ ਕੰਮ ਕਰਦਾਗਾ। ਮਲਟੀ ਸੈਲੂਲਰ ਦੇ ਵਿੱਚ ਕੀ ਆ ਅ ਸਿੰਗਲ ਗਰੁੱਪ ਆਫ ਸੈੱਲ ਪਰਫਾਰਮ ਅ ਫਿਊ ਐਕਟੀਵਿਟੀਜ਼। ਇੱਕ ਗਰੁੱਪ ਆਫ ਸੈੱਲ ਹੁੰਦਾ ਜਿਹੜਾ ਕੁਛ ਐਕਟੀਵਿਟੀ ਕਰਦਾ। ਜਿਵੇਂ ਆਪਣੇ ਮਾਊਥ ਦਾ ਗਰੁੱਪ ਆਫ ਸੈਲਸ ਨੇ, ਜਿਵੇਂ ਆ ਲਿਪਸ ਨੇ, ਲਿਪਸ ਇੱਕ ਗਰੁੱਪ ਆਫ ਸੈੱਲ ਆ, ਇਹ ਕੀ ਕਰ ਰਿਹਾ ਇਹ ਹਿੱਲਣ ਦੀ, ਠੀਕ ਹੈ, ਆਪਣੀ ਐਕਟੀਵਿਟੀ ਪਰਫਾਰਮ ਕਰ ਰਿਹਾ। ਆ ਜਾਜ਼ ਨੇ, ਇਹ ਸਾਰਾ ਇਹ ਇੱਕ ਗਰੁੱਪ ਆਫ ਸੈਲਸ ਨੇ ਜਿਹੜੀ ਇੱਕ ਪਰਟੀਕੂਲਰ ਫੰਕਸ਼ਨ ਕੀ ਕਰਦੇ ਨੇ ਆਪਣੇ ਕੋਲ ਪਰਫਾਰਮ ਕਰਦੇ ਨੇ। ਮਸਲਸ ਨੇ, ਇਹ ਵੀ ਗਰੁੱਪ ਆਫ ਸੈਲਸ ਨੇ, ਇਹ ਹਿੱਲਣ ਡੁੱਲਣ ਦਾ ਕੰਮ ਕਰਦੇ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਨਾਲ ਜਿਹੜੀ ਮਲਟੀ ਸੈਲੂਲਰ ਆ ਉਹਦੇ ਵਿੱਚ ਗਰੁੱਪ ਆਫ ਸੈਲਸ ਹੁੰਦੇ ਨੇ ਜਿਹੜੇ ਕੋਈ ਇੱਕ ਪਰਟੀਕੂਲਰ ਕੰਮ ਕਰਦੇ ਨੇ, ਮਤਲਬ ਟਿਸ਼ੂ ਹੁੰਦੇ ਨੇ ਉਹਦੇ ਵਿੱਚ। ਉਦੋਂ ਬਾਅਦ ਬੇਟਾ यूनीसैलूलर कैरी आउट एसेक्सुअल रिप्रोडक्शन। यूनीसैलूलर ऑर्गेनिज्म ਦੇ ਵਿੱਚ रिप्रोडक्शन ਕਿਵੇਂ ਹੁੰਦੀ ਆ? ਇੱਕ ਅਮੀਬਾ ਤੋਂ ਦੂਜਾ ਅਮੀਬਾ ਬਣ ਜੂਗਾ, ਐਦਾਂ ਹੀ ਬਣ ਜੂਗਾ, ਉਹ ਬ੍ਰੇਕ ਹੋ ਜੂਗਾ, ਇੱਕ ਅਮੀਬਾ ਦੋ ਅਮੀਬਾ ਚ ਬ੍ਰੇਕ ਹੋ ਜੂਗਾ, ਜਿਹਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਫਿਸ਼ਨ ਕਹਿੰਦੇ ਆ। ਕੀ ਕਹਿੰਦੇ ਆ? ਬਾਈਨਰੀ ਫਿਸ਼ਨ। ਇੱਕ ਅਮੀਬਾ ਸੀਗਾ, ਉਹ ਮੈਚੋਰ ਹੋਇਆ, ਉਹ ਅਲੱਗ ਹੋ ਗਿਆ ਇੱਕ ਦੂਜੇ ਨੂੰ, ਦੋ ਡਾਟਰ ਸੈੱਲ ਬਣ ਗਏ, ਅੱਗੇ ਉਹ 2 ਦੇ 4, 4 ਦੇ 8, ਇਸ ਤਰ੍ਹਾਂ ਨਾਲ ਇਹ ਬਣੀ ਜਾਣਗੇ। ਇਹਨਾਂ ਨੂੰ ਕੋਈ ਪਾਰਟਨਰ ਦੀ ਲੋੜ ਨਹੀਂ ਪੈਂਦੀ। ਬਟ ਜਿਹੜਾ ਆਪਣੇ ਕੋਲ ਕੀ ਆ ਮਲਟੀ ਸੈਲੂਲਰ ਆਰਗੇਨਿਜ਼ਮ ਨੇ, ਇਹਨਾਂ ਵਿੱਚ ਸੈਕਸ਼ੂਅਲ ਰਿਪਰੋਡਕਸ਼ਨ ਹੁੰਦੀ ਆ, ਮਤਲਬ ਮੇਲ ਤੇ ਫੀਮੇਲ, ਠੀਕ ਹੈ ਜੀ। ਜਦੋਂ ਕਾਪੂਲੇਸ਼ਨ ਕਰਦੇ ਨੇ ਤਾਂ ਉਹਦੇ ਵਿੱਚ ਜਰਮ ਸੈੱਲ ਟ੍ਰਾਂਸਫਰ ਹੁੰਦੇ ਨੇਗੇ। ਇਹ 10th ਕਲਾਸ ਦੇ ਵਿੱਚ ਤੁਸੀਂ ਜ਼ਿਆਦਾ ਡਿਟੇਲ 'ਚ ਪੜ੍ਹੋਗੇ। ਜਰਮ ਸੈੱਲ ਟ੍ਰਾਂਸਫਰ ਹੁੰਦੇ ਨੇ, ਉਹ ਜਰਮ ਸੈੱਲ ਟ੍ਰਾਂਸਫਰ ਹੋਣ ਨਾਲ ਕੀ ਹੁੰਦਾ ਇੱਕ ਬੱਚਾ ਆਫਸਪ੍ਰਿੰਗ ਪੈਦਾ ਹੁੰਦਾ ਹੈਗਾ, ਠੀਕ ਹੈ ਜੀ। ਤਾਂ ਅੱਗੇ ਆਪਾਂ ਕਰ ਲਈਆਂ ਇਹਦੀਆਂ ਐਗਜ਼ਾਮਪਲਸ, ਠੀਕ ਹੈ ਬੇਟਾ। ਤੇ ਐਗਜ਼ਾਮਪਲ ਦੇ ਵਿੱਚ ਕੀ ਹੋ ਗਿਆ? ਬੈਕਟੀਰੀਆ, ਡਾਇਐਟਮ, ਯੂਗਲੀਨਾ, ਅਮੀਬਾ, ਪ੍ਰੋਟੋਜ਼ੋਆ। ਤੇ ਮਲਟੀ ਸੈਲੂਲਰ ਆਰਗੇਨਿਜ਼ਮ ਦੇ ਵਿੱਚ ਕੀ ਹੋ ਗਿਆ? ਪਲਾਂਟਸ ਐਂਡ ਆਲ ਦਾ ਐਨੀਮਲਸ। ਤਾਂ ਇੱਥੋਂ ਬੇਟਾ ਆਪਾਂ ਨੂੰ ਇੱਕ ਜਰਨਲ ਆਈਡੀਆ ਮਿਲ ਗਿਆ। ਜਰਨਲ ਆਈਡੀਆ ਕੀ ਮਿਲ ਗਿਆ ਵੀ ਆਰਗੇਨਿਜ਼ਮ ਹਰੇਕ ਜਗ੍ਹਾ ਪ੍ਰੈਜ਼ੈਂਟ ਨੇਗੇ। ਕੋਈ ਸਿੰਗਲ ਸੈੱਲ ਆਰਗੇਨਿਜ਼ਮ ਪ੍ਰੈਜ਼ੈਂਟ ਹੈ, ਕੋਈ ਮਲਟੀ ਸੈੱਲ ਆਰਗੇਨਿਜ਼ਮ ਪ੍ਰੈਜ਼ੈਂਟ ਹੈ, ਠੀਕ ਹੈ ਬੇਟਾ ਜੀ। ਤਾਂ ਹੁਣ ਅੱਗੇ ਕੀ ਹੈ ਆਪਾਂ ਗੱਲ ਕਰਾਂਗੇ ਸੈੱਲ ਦੇ ਸਟਰਕਚਰ ਦੀ। ਬੇਟਾ ਸੈੱਲ ਨਾ ਦੋ ਤਰ੍ਹਾਂ ਦਾ ਮੰਨਿਆ ਗਿਆ। ਸੈੱਲ ਮੰਨਿਆ ਗਿਆ ਦੋ ਤਰ੍ਹਾਂ ਦਾ। ਸਭ ਤੋਂ ਪਹਿਲਾਂ ਤਾਂ ਆਪਾਂ ਉਹ ਸੈੱਲ ਬਣਾਵਾਂਗੇ ਜਿਹੜਾ ਹਿਊਮਨ ਬੋਡੀ ਦਾ ਸੈੱਲ ਆ, ਜਾਂ ਪਲਾਂਟ ਦਾ ਸੈੱਲ ਆ, ਜਾਂ ਕਿਸੇ ਵੀ ਐਨੀਮਲ ਦਾ ਸੈੱਲ ਆ। ਸੇਮ ਹੁੰਦੇ ਨੇ ਸਾਰੇ ਸੈੱਲ। ਕੀ ਹੈਗਾ ਤੁਸੀਂ ਕੀ ਕਰਨਾ ਇਸ ਸੈੱਲ ਦੇ ਵਿੱਚ? ਤੁਸੀਂ ਜਸਟ ਇੱਕ ਚੀਜ਼ ਕਰਨੀ ਆ, ਤੁਸੀਂ ਅੱਜ ਸੈੱਲ ਬਣਾਉਣਾ ਸਿੱਖਣਾ ਤੇ ਉਹਦੀ ਲੇਬਲਿੰਗ ਯਾਦ ਕਰਨੀ ਆ। ਜੇ ਤੁਸੀਂ ਲੇਬਲਿੰਗ ਯਾਦ ਨਹੀਂ ਕਰੋਗੇ ਤਾਂ ਤੁਹਾਨੂੰ ਉਹਨਾਂ ਦੇ ਫੰਕਸ਼ਨ ਨਹੀਂ ਯਾਦ ਹੋਣਗੇ। ਸੈੱਲ ਬਣਾਉਣਾ ਸਿੱਖਣਾ ਤੇ ਉਹਦੀ ਲੇਬਲਿੰਗ ਯਾਦ ਕਰਨੀ ਆ, ਠੀਕ ਹੈ ਬੇਟਾ ਜੀ। ਤੇ ਅੱਜ ਆਪਾਂ ਜਸਟ ਇੰਨਾ ਕੀ ਕੰਮ ਕਰਾਂਗੇ, ਬਟ ਇਹ ਬਹੁਤ ਕੰਮ ਹੈ ਤੇ ਕਾਫੀ ਜ਼ਿਆਦਾ ਕੰਮ ਹੈ ਇਹ, ਠੀਕ ਹੈ ਜੀ। ਆਪਾਂ ਇਹ ਹੁਣ ਸ਼ੁਰੂ ਕਰਨ ਚੱਲੇ ਆ। ਕਰਤਾ ਹਾਂਜੀ ਬੇਟਾ, ਹੁਣ ਆਪਾਂ ਸ਼ੁਰੂ ਕਰਦੇ ਹਾਂ ਸੈੱਲ ਦੀ ਸਟਰਕਚਰ ਡਾਇਗਰਾਮ। ਦੇਖੋ ਬੇਟਾ ਪੈਨ ਚੱਕ ਲਓ, ਪੈਨਸਲ ਤੇ ਨੋਟਬੁੱਕ ਚੱਕ ਲਓ, ਜਿਵੇਂ ਮੈਂ ਬਣਾਈ ਜਾਊਂਗਾ ਉਵੇਂ ਹੀ ਬਣਾਈ ਜਾਣੀ ਆ ਤੁਸੀਂ, ਠੀਕ ਹੈ। ਮੈਂ ਨਾਲ ਦੀ ਨਾਲ ਬੋਲੀ ਜਾਊਂ, ਸਮਝ ਹੀ ਜਾਣਾਗਾ। ਪਹਿਲੀ ਵਾਰ ਇੱਕ ਵਾਰ ਵੀਡੀਓ ਦੇਖ ਲਿਓ, ਦੂਜੀ ਵਾਰ ਨਾਲ ਦੀ ਨਾਲ ਬਣਾਉਣਾ ਸ਼ੁਰੂ ਕਰ ਦਿਓ, ਕੋਈ 2 ਵਾਰ 'ਚ ਹੋਊਗਾ ਤੁਹਾਡਾ ਇਹ ਕੰਮ। ਇਹ ਬੇਟਾ ਆਪਾਂ ਸਭ ਤੋਂ ਪਹਿਲਾਂ ਬਣਾਉਣੇ ਆ ਨਿਊਕਲੀਅਸ।
ਸਫੈਰੀਕਲ ਹੁੰਦਾ ਪੁੱਤਰ ਜੀ ਇਹ, ਕਿਉਂਕਿ ਆਪਣੇ ਕੋਲ ਇੱਥੇ ਬੋਰਡ ਹੈ ਤਾਂ ਕਰਕੇ ਮੈਨੂੰ 3D ਨਹੀਂ ਦਿਖਾ ਸਕਦਾ, ਮੈਂ 2D ਦਿਖਾਊਂਗਾ। ਸਫੈਰੀਕਲ ਦਾ ਮਤਲਬ ਪਤਾ ਕੀ ਹੁੰਦਾ? ਸਫੈਰੀਕਲ ਦਾ ਮਤਲਬ ਹੁੰਦਾ ਬਾਲ ਵਰਗਾ, ਠੀਕ ਹੈ, ਗੋਲ ਨਹੀਂ ਹੁੰਦੀ, ਉਹ ਸਫੀਅਰ ਹੁੰਦਾ, ਠੀਕ ਹੈ। ਗੋਲ ਦਾ ਮਤਲਬ ਹੁੰਦਾ ਰਾਊਂਡ, ਠੀਕ ਹੈ ਜੀ, ਇਹ ਫਰਕ ਹੁੰਦਾ। ਇਹ ਸਫੈਰੀਕਲ ਹੁੰਦਾ। ਇਹਦੇ ਵਿੱਚ ਕੀ ਹੁੰਦੇ ਨੇ? DNA ਦੇ ਕ੍ਰੋਮੈਟਿਡ ਥ੍ਰੈਡਸ ਹੁੰਦੇ ਨੇ। ਇਹ DNA ਹੁੰਦਾ, ਇਹਦੇ ਵਿੱਚ ਫੈਲਿਆ ਹੁੰਦਾ ਬੇਟਾ, ਇਹ ਨਿਊਕਲੀਅਸ ਦੇ ਵਿੱਚ DNA, ਠੀਕ ਹੈ। ਇਹਨਾਂ ਨੂੰ ਕ੍ਰੋਮੈਟਿਡ ਥ੍ਰੈਡਸ ਬੋਲਦੇ ਨੇ, ਕ੍ਰੋਮੈਟਿਨ। ਇਹਦੇ ਵਿੱਚ ਕੀ ਹੁੰਦਾ? ਇੱਕ ਹੋਰ ਡਾਰਕ ਥਿੰਗ ਹੁੰਦੀ ਆ ਜਿਹਨੂੰ ਆਪਾਂ ਨਿਊਕਲੀਓਲਸ ਕਹਿੰਦੇ ਆ। ਕੀ ਕਹਿੰਦੇ ਆ ਇਹਨੂੰ ਬੇਟਾ ਆਪਾਂ? ਨਿਊਕਲੀਓਲਸ। ਨਿਊਕਲੀਅਸ ਦੇ ਵਿੱਚ ਵੀ ਇੱਕ ਡਾਰਕ ਥਿੰਗ ਹੁੰਦੀ ਆ, ਇਹ ਸੈਂਟਰ ਹੁੰਦਾ ਸੈੱਲ ਦਾ। ਇਹ ਨਿਊਕਲੀਅਸ ਹੁੰਦਾ ਨਾ ਜਿਹੜਾ, ਇਹਦੇ ਉੱਤੇ ਮੈਂਬਰੇਨਸ ਹੁੰਦੀਆਂ ਨੇਗੀਆਂ, ਨਿਊਕਲੀਅਰ ਐਨਵੀਲੋਪ ਹੁੰਦਾ, ਕਿਉਂਕਿ ਇਹਨੇ ਸੈੱਲ ਦੇ ਵਿੱਚ ਮਿਲਣਾ ਨਹੀਂ ਹੈਗਾ। ਸੈੱਲ ਦਾ ਜਿਹੜਾ ਲਿਕੁਇਡ ਪਾਰਟ ਆ ਨਾ, ਉਹਦੇ ਵਿੱਚ ਨਹੀਂ ਤਾਂ ਮਿਲ ਜੂਗਾ ਜੇ ਇਹਦੇ ਉੱਤੇ ਆ ਐਨਵੀਲੋਪ ਨਾ ਹੋਊਗਾ। ਤਾਂ ਇਹਦੇ ਉੱਤੇ ਐਨਵੀਲੋਪ ਦਾ ਮਤਲਬ ਹੁੰਦਾ ਗਲਾਫ, ਜਿਵੇਂ ਰਜਾਈਆਂ ਤੇ ਆਪਾਂ ਚਾੜ ਦਿੰਦੇ ਆ, ਤਾਂ ਨਿਊਕਲੀਅਰ ਦੇ ਉੱਤੇ ਇੱਕ ਐਨਵੀਲੋਪ ਹੁੰਦਾ। ਆ ਪੋਰਸ ਨੇ ਬੇਟਾ ਨਿਊਕਲੀਅਰ, ਥੀਸ ਆਰ ਕਾਲਡ ਨਿਊਕਲੀਅਰ ਪੋਰਸ। ਇਹ ਨਿਊਕਲੀਅਰ ਪੋਰਸ ਦਾ ਕੀ ਕੰਮ ਹੁੰਦਾ? ਨਿਊਕਲੀਅਰ ਪੋਰਸ ਦਾ ਕੰਮ ਹੁੰਦਾਗਾ ਮਟੀਰੀਅਲ ਇਨ ਆਊਟ ਲੈ ਕੇ ਜਾਣਾ। ਪੋਰਸ ਮਤਲਬ ਦਰਵਾਜ਼ੇ ਨੇ ਇਹ ਨਿਊਕਲੀਅਸ ਦੇ। ਇਹ ਕੀ ਕੰਮ ਕਰਦੇ ਨੇ, ਕਿਉਂ ਕਰਦੇ ਨੇ, ਇਹ ਵੀ ਸੁਣੀ ਜਾਓ ਨਾਲ ਦੀ ਨਾਲ। ਇਹ ਬੇਟਾ ਜਦੋਂ ਵੀ ਆਪਣੀ ਬਾਡੀ ਆ ਨਾ ਕੋਈ, ਉਹ ਪ੍ਰੋਟੀਨ ਬਣਾਉਂਦੀ ਆ, ਤਾਂ ਉਹ ਪ੍ਰੋਟੀਨ ਦਾ ਜਿਹੜਾ ਕੋਡ ਹੁੰਦਾਗਾ ਵੀ ਕਿਹੜਾ ਪ੍ਰੋਟੀਨ ਬਣਾਉਣਾ ਆਪਣੀ ਬਾਡੀ ਨੇ, ਉਹ ਕੋਡ ਆਪਣੇ DNA ਕੋਲ ਹੁੰਦਾਗਾ। DNA ਕੋਲ ਮੈਸੇਂਜਰ RNA ਆਉਂਦਾ, ਇੱਥੋਂ ਇਨਫੋਰਮੇਸ਼ਨ ਲੈ ਕੇ ਜਾਂਦਾ ਬਾਹਰ ਜਾ ਕੇ ਉਹ ਕਿਹਨੂੰ ਦਿੰਦਾ? ਨਿਊਕਲੀਅਸ ਦੇ ਕੋਲ ਇੱਕ ਹੋਰ ਮੈਂਬਰੇਨ ਹੋਊਗੀ। ਨਿਊਕਲੀਅਸ ਦੇ ਕੋਲ ਇੱਕ ਮੈਂਬਰੇਨ ਹੈ ਜਿਹਨੂੰ ਆਪਾਂ ਐਂਡੋਪਲਾਜ਼ਮਿਕ ਰੈਟੀਕੂਲਮ ਕਹਿੰਦੇ ਆ। ਕੀ ਕਹਿੰਦੇ ਆ ਪੁੱਤਰ ਜੀ ਉਹਨੂੰ ਆਪਾਂ? ਐਂਡੋਪਲਾਜ਼ਮਿਕ ਰੈਟੀਕੂਲਮ। ਉਹ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਕੋਲ ਮੈਸੇਂਜਰ RNA ਕੀ ਲੈ ਕੇ ਜਾਊਗਾ? ਇਨਫੋਰਮੇਸ਼ਨ ਲੈ ਕੇ ਜਾਊ ਵੀ ਤੂੰ ਭਾਈ ਇਸ ਤਰ੍ਹਾਂ ਦਾ ਪ੍ਰੋਟੀਨ ਬਣਾਉਣਾ ਸ਼ੁਰੂ ਕਰ ਦੇ। ਜਿਹੜਾ ਆ ਬਣਾ ਰਿਹਾ ਨਾ ਮੈਂ, ਇਹ ER ਆ, ਇਹਨੂੰ ਕਹਿੰਦਾ ਐਂਡੋਪਲਾਜ਼ਮਿਕ ਰੈਟੀਕੂਲਮ। ਇਹ ਸਾਰੇ ਨਿਊਕਲੀਅਸ ਦੇ ਆਲੇ ਦੁਆਲੇ ਇਸ ਤਰ੍ਹਾਂ ਨਾਲ ਨਾ ਉਹ ਹੁੰਦੇ ਨੇ, ਫਲੈਪਸ ਹੁੰਦੀਆਂ ਨੇ ਇਹ, ਠੀਕ ਹੈ ਬੇਟਾ। ਇਹ ਫਲੈਪ ਟਾਈਪ ਸਟਰਕਚਰ ਹੈਗਾ। ਇਹ ਸਾਰੇ ਸੈੱਲ 'ਚ ਫੈਲਿਆ ਹੁੰਦਾਗਾ। ਤੁਹਾਨੂੰ ਬੁੱਕਸ ਦੇ ਵਿੱਚ ਇਹ ਪੂਰੇ ਸੈੱਲ 'ਚ ਨਹੀਂ ਦਿਖਾਉਣਗੇ, ਕਿਉਂਕਿ ਜੇ ਪੂਰੇ ਸੈੱਲ 'ਚ ਦਿਖਾ ਦਈਏ ਆਪਾਂ ਤਾਂ ਜਿਹੜੇ ਬਾਕੀ ਇਹਦੇ ਆਰਗੇਨੈਲੀਜ਼ ਨੇ ਉਹ ਆਪਾਂ ਦਿਖਾ ਨਹੀਂ ਸਕਦੇ, ਠੀਕ ਹੈ। ਇਹ ਹੈਗਾ ਐਂਡੋਪਲਾਜ਼ਮਿਕ ਰੈਟੀਕੂਲਮ। ਇਹ ਐ ਗੋਲ ਗੋਲ ਉਹਦੇ ਉੱਤੇ ਆਲੇ ਦੁਆਲੇ ਫੈਲਿਆ ਹੁੰਦਾ। ਇਹਦੇ ਉੱਤੇ ਕੀ ਹੁੰਦੇ ਨੇ? ਰਾਈਬੋਸੋਮਸ ਹੁੰਦੇ ਨੇ। ਕੀ ਹੁੰਦੇ ਨੇ ਪੁੱਤਰ ਜੀ? ਇਹਦੇ ਉੱਤੇ ਰਾਈਬੋਸੋਮਸ ਹੁੰਦੇ ਨੇ। ਇਹ ਰਾਈਬੋਸੋਮਸ ਦਾ ਕੰਮ ਆ ਪ੍ਰੋਟੀਨ ਬਣਾਉਣਾ। ਇਹ ਰਾਈਬੋਸੋਮਸ ਕੀ ਕਰਦੇ ਨੇ? ਪ੍ਰੋਟੀਨ ਬਣਾਉਂਦੇ। ਹਾਂਜੀ ਬੇਟਾ, ਇਹ ਰਾਈਬੋਸੋਮਸ ਪ੍ਰੋਟੀਨ ਬਣਾਉਂਦੇ ਨੇ। ਹੁਣ ਜਿਹੜਾ ਥੋੜਾ ਕਰੋਨਾ ਵਾਇਰਸ ਹੈ ਨਾ, ਕਰੋਨਾ ਵਾਇਰਸ, ਉਹ ਜਿਹੜਾ ਅੱਜ ਇੰਨਾ ਜ਼ਿਆਦਾ ਤੁਸੀਂ ਆਪਾਂ ਚੱਲ ਰਿਹਾਗਾ, ਇਹਦਾ ਕੀ ਕੰਮ ਹੈ? ਕਰੋਨਾ ਵਾਇਰਸ ਆਪਣੇ ਸੈੱਲ ਦੇ ਵਿੱਚ ਐਂਟਰ ਕਰ ਜਾਂਦਾ। ਉਹ ਵੀ ਦਿਖਾਊਂ ਮੈਂ ਤੁਹਾਨੂੰ ਕਿੱਥੋਂ ਐਂਟਰ ਕਰਦਾ। ਉਹ ਸੈੱਲ 'ਚ ਐਂਟਰ ਕਰਕੇ ਨਾ ਰਾਈਬੋਸੋਮਸ ਕੋਲ ਆ ਜਾਂਦਾ। ਕਰੋਨਾ ਵਾਇਰਸ 'ਚ ਹੁੰਦਾ RNA। ਕੀ ਹੁੰਦਾ ਕਰੋਨਾ ਵਾਇਰਸ 'ਚ? RNA। ਉਹ RNA ਕੀ ਕਰਦਾ? ਇਹਨਾਂ ਕੋਲ ਆ ਕੇ ਇਹਨਾਂ ਨੂੰ ਆਦੇਸ਼ ਦੇ ਦਿੰਦਾ ਵੀ ਇਸ ਤਰ੍ਹਾਂ ਦਾ ਪ੍ਰੋਟੀਨ ਬਣਾਉਣਾ ਸ਼ੁਰੂ ਕਰ ਦਿਓ। ਬਸ ਉਹ ਪ੍ਰੋਟੀਨ ਕੀ ਬਣਾਉਂਦਾ? ਉਹ ਸਾਰੇ ਸੈੱਲ ਨੂੰ ਆਪਦੇ ਵਰਗਾ ਬਣਾ ਲੈਂਦਾ। ਉਹ ਕੀ ਕਰਦਾ? ਕਰੋਨਾ ਵਾਇਰਸ ਸਾਰੇ ਸੈੱਲ ਨੂੰ ਆਪਦੇ ਵਰਗਾ ਬਣਾ ਲੈਂਦਾਗਾ, ਤੇ ਉਹਦੇ ਨਾਲ ਕੀ ਹੋਣ ਲੱਗ ਜਾਂਦਾ? ਆਪਣੇ ਬਲੱਡ ਸੈੱਲ ਨੇ ਜਿਹੜੇ, ਉਹ ਵੀ ਕਰੋਨਾ ਵਰਗੇ ਬਣ ਜਾਂਦੇ ਨੇ। ਉਹ ਕਰੋਨਾ ਵਰਗੇ ਬਣ ਕੇ ਫਿਰ ਆਪਣੀ ਬਾਡੀ ਦੇ ਵਿੱਚ ਕੀ ਹੋ ਜਾਂਦੇ ਨੇ? ਲੰਗਸ ਤੱਕ ਪਹੁੰਚ ਜਾਂਦੇ ਨੇ ਬੇਟਾ। ਲੰਗਸ ਦੇ ਵਿੱਚ ਕੀ ਹੁੰਦਾ ਹੈ? ਲੰਗਸ ਕੀ ਕਰਦੇ ਨੇ? ਲੰਗਸ ਉਹਨਾਂ ਨੂੰ ਰੋਕਣ ਲਈ ਕੀ ਪੈਦਾ ਕਰਦੇ ਨੇ? ਮਿਊਕਸ ਪੈਦਾ ਕਰਦੇ ਨੇ। ਉਹ ਮਿਊਕਸ ਕੀ ਕਰਦਾਗਾ? ਆਪਣੀਆਂ ਲੰਗਸ ਦੀਆਂ ਐਲਵਲਾਈਜ਼ ਨੂੰ ਬਲੌਕ ਕਰ ਦਿੰਦਾ। ਬਸ ਇਹ ਸਾਰਾ ਕਰੋਨਾ ਦਾ ਕੰਮ ਆ। ਕੋਈ ਵੀ ਵਾਇਰਸ ਇਸ ਤਰ੍ਹਾਂ ਹੀ ਕੰਮ ਕਰਦਾਗਾ, ਠੀਕ ਹੈ। ਵਾਇਰਸ ਕੀ ਕਰਦੇ ਨੇ? ਵਾਇਰਸ ਆਪਦਾ RNA ਆਪਣੇ ਸੈੱਲ ਦੇ ਵਿੱਚ ਦੇ ਦਿੰਦੇ ਨੇ, ਜਿਹਦੇ ਕਰਕੇ ਵਾਇਰਸ ਵਾਲਾ ਪ੍ਰੋਟੀਨ ਆਪਣਾ ਸੈੱਲ ਬਣਾਉਣਾ ਸ਼ੁਰੂ ਕਰ ਦਿੰਦਾ। ਇਹ ਬੇਟਾ ਹੋ ਗਿਆ ਰਫ ਐਂਡੋਪਲਾਜ਼ਮਿਕ ਰੈਟੀਕੂਲਮ। ਇਹਦੇ ਉੱਤੇ ਨਾ ਰਾਈਬੋਸੋਮਸ ਨੇ। ਇਹ ਕੀ ਨੇ? ਗੋਲ ਗੋਲ ਰਾਈਬੋਸੋਮ। ਇਹ ਪ੍ਰੋਟੀਨ ਸਿੰਥੇਸਾਈਜ਼ਿੰਗ ਸਾਈਟਸ ਹੁੰਦੀਆਂ ਨੇਗੀਆਂ ਸੈੱਲ ਦੀਆਂ, ਠੀਕ ਹੈ। ਇਹ ਪ੍ਰੋਟੀਨ ਬਣਾਉਂਦੀਆਂ ਨੇ। ਹੁਣ ਤੁਸੀਂ ਕਹੋਗੇ ਸਰ ਪ੍ਰੋਟੀਨ ਕੀ ਕੰਮ ਕਰਦੇ ਨੇ? ਬੇਟਾ ਆਪਣੀ ਬਾਡੀ ਦੇ ਵਿੱਚ ਜਿਹੜੇ ਵੀ ਕੈਮੀਕਲ ਨੇ ਉਹ ਸਾਰੇ ਪ੍ਰੋਟੀਨਸ ਹੀ ਨੇ, ਤਾਂ ਕਰਕੇ ਪ੍ਰੋਟੀਨ ਹੀ ਸਾਰਾ ਕੁਝ ਹੈ ਐਕਚੁਅਲ ਦੇ ਵਿੱਚ। ਇਸ ਤੋਂ ਬਾਅਦ ਕੀ ਹੁੰਦਾ? ਇਹਦੇ ਨਾਲ ਹੀ ਇੱਕ ਹੋਰ ER ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਆ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ। ਉਹਦੇ ਉੱਤੇ ਨਾ ਰਾਈਬੋਸੋਮਸ ਨਹੀਂ ਹੁੰਦੇ। ਉਹਦੇ ਉੱਤੇ ਕੀ ਨਹੀਂ ਹੁੰਦੇ ਬੇਟਾ? ਰਾਈਬੋਸੋਮਸ ਨਹੀਂ ਹੁੰਦੇ। ਉਹ ਹੁੰਦਾ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ। ਐ ਚਾਰੇ ਪਾਸੇ ਹੁੰਦਾ ਇਹਦੇ ਉਹ, ਠੀਕ ਹੈ। ਇਸ ਤਰ੍ਹਾਂ ਨਾਲ ਉਹ ਫੈਲਿਆ ਹੁੰਦਾ। ਉਹ ਇਹਦਾ ਹੀ ਪਾਰਟ ਹੁੰਦਾ। ਉਹ ਰਫ ਐਂਡੋਪਲਾਜ਼ਮਿਕ ਰੈਟੀਕੂਲਮ ਦਾ ਹੀ ਪਾਰਟ ਹੁੰਦਾਗਾ, ਬਟ ਉਹਦੇ ਉੱਤੇ ਕੀ ਨਹੀਂ ਹੁੰਦੇ? ਰਾਈਬੋਸੋਮਸ ਨਹੀਂ ਹੁੰਦੇ ਬੇਟਾ ਉਹਦੇ ਉੱਤੇ। ਉਸ ਤੋਂ ਬਾਅਦ ਕੀ ਹੁੰਦਾ? ਇਹਦਾ ਕੰਮ ਆਪਾਂ ਪੜਾਂਗੇ ਕੀ ਹੁੰਦਾ, ਠੀਕ ਹੈ। ਇਹਦਾ ਕੰਮ ਵੀ ਹੁੰਦਾਗਾ, ਉਹ ਆਪਾਂ ਜਦੋਂ ਡਿਟੇਲ 'ਚ ਪੜਾਂਗੇ ਉਹ ਦੇਖਾਂਗੇ ਆਪਾਂ। ਇਸ ਤੋਂ ਅੱਗੇ ਕੀ ਹੁੰਦਾ? ਗੋਲਜੀ ਅਪਰੇਟਸ ਹੁੰਦੇ ਨੇ। ਜਿਹੜੇ ਆਪਣੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਨੇ ਨਾ, ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ, ਉਹਨਾਂ ਦਾ ਟੁੱਟਿਆ ਹੋਇਆ ਹਿੱਸਾ
ਕੀ ਬਣ ਜਾਂਦਾ ਗੋल्जी अपरेटस बन जाता। वो इस तरह के होंगे ने गॉल्जी अपरेटस। इन्हां दा भी फंक्शनिंग आपां करांगे, ठीक है, इन्हां दी फंक्शनिंग करांगे। वो इस तरह के फ्लैप ही होंगे ने, हजे तक तो आपां सिर्फ फ्लैप्स ही पहुंचे हैं, ठीक है। आ भी गॉल्जी अपरेटस है बेटा, ठीक है। तो ये गॉल्जी अपरेटस हो गए, ये किते इत्थे भी प्रेजेंट होगा, ठीक है। गॉल्जी बॉडीज़ कह देंगे ने, की कहते हैं क्योंकि ये गॉल्जी नाम के साइंटिस्ट ने सब तो पहला लभियां सी, तां करके इन्हों गॉल्जी बॉडीज़ कह देंगे ने। हुण इत्थे तक हो गया। एक बेटा एनर्जी जनरेटिंग ऑर्गेनैली हुंदी आ अपनी सैल दे विच, उहनूं आपां कहने आ माइटोकॉन्ड्रिया। की कहने आ माइटोकॉन्ड्रिया। एक सैल दे विच काफ़ी ज़्यादा माइटोकॉन्ड्रियाज हुंदे ने, काफ़ी ज़्यादा की हुंदे ने माइटोकॉन्ड्रियाज हुंदे ने। वो माइटोकॉन्ड्रियाज कुछ इस तरह के हुंदे ने, जिवें एक ब्रैड हुंदा, ठीक है, वो ब्रैड टाइप होंगे ने। वो अपने सैल के काफ़ी जगह पर प्रेजेंट, एक इत्थे हो गया, एक मैं इत्थे कर दिना, ठीक है, काफ़ी होंगे ने। इन्हां दे विच ATP बनता है, इन्हां दे विच की बनता ATP बनता, ठीक है। तो ये मैं थोड़ा जरनल आउटव्यू दे रहा गा अपने सैल का, तो सैल के स्ट्रक्चर का नाल दी नाल सैल की फंक्शनिंग का। होर की हुंदा माइटोकॉन्ड्रिया हो गए। हुण माइटोकॉन्ड्रिया की करूगा, माइटोकॉन्ड्रिया एनर्जी जनरेट करूगा। एनर्जी कित्थों जनरेट करूगा? एनर्जी वो जनरेट करू जिहड़े प्रोटीन्स इत्थों बन के आउणगे, वो गॉल्जी बॉडीज़ के थ्रू हुंदे होए की चले जाणगे, माइटोकॉन्ड्रिया चले जाणगे, उत्थे एनर्जी जनरेट हो जूगी, ठीक है बेटा। हुण वो गॉल्जी बॉडीज़ के थ्रू हो के किवें जांदे ने इत्थे माइटोकॉन्ड्रिया च किवें पहुंचदे ने बेटा? वैसीकल्स उन्होंने लैके जाते हैं। कौन लैके जाते हैं? इत्थों ना गोल गोल वैसीकल्स निकलणगे जिहड़े इहदे विच जाणगे, ठीक है। ये वैसीकल्स लैके जाते हैं इन्होंने इहदे विच। ये की नेगे वैसीकल्स? ये कुछ नहीं हैगे, ये फैट्स ते प्रोटीन का मिक्सचर नेगे। ये ऑयल ड्रॉपलैट्स ने अपने किहदे विच? अपने सैल दे विच ऑयल ड्रॉपलैट्स नेगे, ठीक है। वो इहदे विच जाणगे, इत्थे उन्हां दा की होऊगा अपना सारा फंक्शन होऊगा। उदों बाद की हो गया? वो वैसीकल्स हो गए, नाल दी नाल अपने ना इत्थे होर चीज़ां हुंदियां ने, उन्होंने आपां कहने आ लाइजोसोम्स। की कहने आ? लाइजोसोम्स। लाइजोसोम्स की ने? वो भी ड्रॉपलैट्स ही हुंदे ने एक तरह नाल। लाइजोसोम्स का दूजा नाम आ सुसाइडल बैग। की आ? सुसाइडल बैग। क्यों? कहते जे कोई अनवांटेड थिंग किसी बाहरों सैल दे विच आ जाती है, किते बाहरों आ जाती है सैल दे विच, तां लाइजोसोम उहनूं डाइजैसट कर जाते हैं, ਜਾਂ फिर सैल डिके होण लग जाता। मान लो सैल का कोई हिस्सा डिके होण लग गया, तो लाइजोसोम जाऊगा उन्होंने डिके कर दू। ਜਾਂ फिर सैल का अपना फंक्शन खराब हो गया, सैल का आपदा फंक्शन खराब हो गया, सैल खराब हो गया थोड़ा जा, उसकी फंक्शनिंग गलत हो गई, लाइजोसोम पूरे के पूरे सैल में निकल जूगा। मतलब सुसाइडल बैग है, की आगा लाइजोसोम सुसाइडल बैग, ठीक है। हुण जिहड़ा सैल हुंदा है सारा एक मैंबरेन नाल घिरिया हुंदा। किहदे नाल घिरिया हुंदा बेटा जी? मैंबरेन नाल, जिन्हों आपां की कहने आ? जिन्हों आपां कहने आ प्लाज्मा मैंबरेन। की कहने आ जिन्हों आपां? प्लाज्मा मैंबरेन। तो सैल एक्चुअल दे विच एक स्फेरिकल थिंग आ जिहड़ी देखण च इस तरह की लगदी हो, पर आपां इहनूं 2D च बनाया गा। हुण तुसीं की करना? इहदी लेबलिंग करनी है, वो तुसीं आप ही करनी है। मैं नाल दी नाल नाम बोली गया। हुण जदों तुसीं दूजी बार वीडियो प्ले करोगे तो लेबलिंग शुरू करियो। दिस इज नंबर 1 न्यूक्लियस, दीज आर क्रोमैटिन थ्रेड्स, या DNA कह दो, ठीक है, क्रोमैटिड कह दो इनू। आ की आ बेटा? न्यूक्लीयर एनविलोप नंबर 3। ए की ने? न्यूक्लीयर पोर्स नंबर 4, ठीक है। आ की आगा? नंबर 5 रफ एंडोप्लाज्मिक रेटिकुलम। आ गया नंबर 6 स्मूथ एंडोप्लाज्मिक रेटिकुलम। ए की आ बेटा? नंबर 7 गॉल्जी अपरेटस। ए की ने? वैसिकल्स ने गए, ठीक है जी। आ गया नंबर 9 माइटोकॉन्ड्रिया। बेटा ए की है? ये हैगी अपने को मैंबरेन, प्लाज्मा मैंबरेन नंबर 10। हुण ये तो बन गया अपना एनीमल सैल। ये की बन गया? एनीमल सैल। नाल इहदे विच ना फ्लूइड हुंदा, इहदे विच की हुंदा? फ्लूइड हुंदा। आ जिहड़ा मैं दिखा रहा फ्लूइड आ, मतलब ये सारी थिंग आ जिहड़ी ये फ्लूइड दे विच मौजूद आ, विचों खाली नहीं हैगा, ये सारा कुछ फ्लूइड दे विच मौजूद आ। वो फ्लूइड करके ही ਜਿਹੜੇ ਆਪਣੇ ਡਾਈਜੈਸਟਡ ਉਹ ਹੁੰਦੇ ਨੇ ਥਿੰਗਸ ਹੁੰਦੀਆਂ ਨੇ ਸਾਰੀਆਂ ਉਹ ਸੈੱਲ ਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਤੇ ਆ ਸਾਰਾ ਇੱਕ ਮਤਲਬ ਇਹ ਸਾਰਾ ਕੁਝ ਇੱਕ ਫਲੂਇਡ ਦੇ ਵਿੱਚ ਹੈਗਾ। ਉਹਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਕਹਿੰਦੇ ਆ ਪ੍ਰੋਟੋਪਲਾਜ਼ਮ। ਕੀ ਕਹਿੰਦੇ ਆ? ਪ੍ਰੋਟੋਪਲਾਜ਼ਮ ਜਾਂ ਸਾਈਟੋਪਲਾਜ਼ਮ। ਕੀ ਕਹਿੰਦੇ ਉਹਨੂੰ ਆਪਾਂ? ਪ੍ਰੋਟੋਪਲਾਜ਼ਮ ਜਾਂ ਸਾਈਟੋਪਲਾਜ਼ਮ। बेटा न्यूक्लियस ਨੂੰ ਛੱਡ ਕੇ ਜਿਹੜੀ ਸਾਰੀ ਚੀਜ਼ ਆ ਉਹਨੂੰ ਆਪਾਂ ਕਹਿੰਦੇ ਆ ਸਾਈਟੋਸੋਲ। ਉਹਨੂੰ ਆਪਾਂ ਕੀ ਕਹਿੰਦੇ ਆ? ਸਾਈਟੋਸੋਲ ਕਹਿੰਦੇ ਆ, ਠੀਕ ਹੈ। ਤਾਂ ਸਾਈਟੋਪਲਾਜ਼ਮ ਕੀ ਹੋ ਗਿਆ? ਜਿਹੜਾ ਇਹਦੇ ਵਿੱਚ ਫਲੂਇਡ ਪ੍ਰੈਜ਼ੈਂਟ ਆ ਉਹ ਸਾਈਟੋਪਲਾਜ਼ਮ ਹੋ ਗਿਆ। ਹੁਣ ਪਲਾਂਟ ਸੈੱਲ ਦਾ ਕੀ ਫਰਕ ਆ? ਪਲਾਂਟ ਸੈੱਲ ਦਿਖਣ ਦੇ ਵਿੱਚ ਬਿਲਕੁਲ ਐਸਾ ਹੀ ਹੁੰਦਾ, ਬਸ ਉਹਦੇ ਉੱਤੇ ਕੀ ਹੁੰਦੀ ਆ? ਇੱਕ ਸੈੱਲ ਵਾਲ ਹੁੰਦੀ ਆ, ਇੱਕ ਵਾਲ ਹੋਰ ਹੁੰਦੀ ਆ,
ਤਾਂ ਆ ਜਿਹੜੀ ਜੇ ਆਪਾਂ ਪਲਾਂਟ ਸੈੱਲ ਬਣਾਉਣਾ ਹੋਵੇ ਨਾ ਐਨੀਮਲ ਸੈੱਲ ਤੋਂ ਕੁਛ ਨਾ ਕਰੋ, ਕੀ ਕਰੋ, ਇੱਕ ਸੈੱਲ ਵਾਲ ਲਾ ਦਿਓ, ਇੱਕ ਕੀ ਲਾ ਦਿਓ, ਸੈੱਲ ਵਾਲ ਹੋਰ ਲਾ ਦਿਓ, ਤਾਂ ਇੱਥੇ ਸੈੱਲ ਵਾਲ ਲੱਗ ਜੂਗੀ। ਤਾਂ ਇਹ ਸੈੱਲ ਵਾਲ ਆ ਜਿਹੜੀ ਇਹ ਕੀ ਐਕਚੁਅਲ ਦੇ ਵਿੱਚ ਇਹ ਪਲਾਂਟ ਸੈੱਲ ਬਣਾ ਦੂਗੀ ਇਹਨੂੰ, ਇਹ ਕੀ ਬਣਾ ਦੂਗੀ ਆਪਣੇ ਸੈੱਲ ਨੂੰ, ਪਲਾਂਟ ਸੈੱਲ ਬਣਾ ਦੂਗੀ। ਠੀਕ ਹੈ ਜੀ, ਇਹ ਗੋਲਜੀ ਆਪਰੇਟਸ ਹੋ ਗਏ, ਪਲਾਂਟ ਸੈੱਲ ਵੀ ਬਣ ਗਿਆ ਆਪਣਾ। ਐਨੀਮਲ ਤੋਂ ਪਲਾਂਟ ਕਿਵੇਂ ਬਣਨਾ, ਜਸਟ ਇੱਕ ਐਕਸਟਰਾ ਵਾਲ ਲਾਉਣੀ ਆ ਆਪਾਂ, ਕੀ ਲਾਉਣਾ, ਇੱਕ ਐਕਸਟਰਾ ਵਾਲ। ਹੁਣ ਜਿਹੜੀ ਪਲਾਜ਼ਮਾ ਮੈਂਬਰੇਨ ਆ, ਪਲਾਜ਼ਮਾ ਮੈਂਬਰੇਨ ਦਾ ਕੀ ਕੰਮ ਆ, ਪਲਾਜ਼ਮਾ ਮੈਂਬਰੇਨ ਦਾ ਕੰਮ ਆ ਬਾਹਰਲੇ ਸੈਲਸ ਨਾਲ ਇੰਟਰੈਕਸ਼ਨ ਕਰਨਾ, ਬਾਹਰੋਂ ਕੀ ਚੀਜ਼ ਅੰਦਰ ਆਊ, ਅੰਦਰੋਂ ਕੀ ਚੀਜ਼ ਬਾਹਰ ਜਾਊ, ਉਹ ਤੁਹਾਡੀ ਪਲਾਜ਼ਮਾ ਮੈਂਬਰੇਨ ਡਿਸਾਈਡ ਕਰੂਗੀ। ਠੀਕ ਹੈ ਜੀ, ਤਾਂ ਆਪਾਂ ਹਲਕਾ ਫੁਲਕਾ ਕੰਮ ਤੇ ਪੂਰਾ ਸਟਰਕਚਰ ਐਨੀਮਲ ਸੈੱਲ ਦਾ ਕਰ ਲਿਆ। ਇਹਨੂੰ ਕਹਿੰਦੇ ਪੁੱਤ ਯੂਕੈਰੀਓਟਿਕ ਸੈੱਲ। ਦੇਖੋ ਐਨੀਮਲ ਸੈੱਲ, ਪਲਾਂਟ ਸੈੱਲ ਤੇ ਯੂਕੈਰੀਓਟਿਕ ਸੈੱਲ ਤਿੰਨੇ ਸੇਮ ਨੇਗੇ। ਯੂਕੈਰੀਓਟਿਕ ਸੈੱਲ ਕੀ ਆ, ਜਿਹਦੇ ਵਿੱਚ ਨਿਊਕਲੀਅਸ ਵਿਚਾਲੇ ਹੋਵੇ ਤੇ ਨਿਊਕਲੀਅਸ ਬਾਉਂਡਡ ਹੋਵੇ। ਨਿਊਕਲੀਅਸ ਕੀ ਹੋਵੇ, ਬਾਉਂਡਡ, ਨਿਊਕਲੀਅਸ ਫੈਲਿਆ ਨਾ ਹੋਵੇ ਸਾਰੇ ਕਿਤੇ। ਬਾਉਂਡਡ ਨਿਊਕਲੀਅਸ ਵਾਲਾ ਜਿਹੜਾ ਸੈੱਲ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਆ, ਯੂਕੈਰੀਓਟਿਕ ਸੈੱਲ। ਨਿਊ ਕਾਈਂਡ ਆਫ ਨਿਊਕਲੀਅਸ, ਇਹ ਨਵਾਂ ਕਾਈਂਡ ਆਫ ਨਿਊਕਲੀਅਸ ਆ। ਇਹ ਤੋਂ ਪਹਿਲਾਂ ਬੈਕਟੀਰੀਆ ਨੇ ਜਨਮ ਲਿਆ ਸੀ। ਬੈਕਟੀਰੀਆ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਉਹਦਾ ਜਿਹੜਾ ਸਾਰਾ ਜੈਨੇਟਿਕ ਮਟੀਰੀਅਲ ਹੁੰਦਾ, ਮਤਲਬ DNA, ਉਹ ਬੈਕਟੀਰੀਆ ਦੀ ਬੋਡੀ 'ਚ ਹੀ ਤੈਰਦਾ ਫਿਰਦਾ ਹੁੰਦਾ। ਠੀਕ ਹੈ, ਉਹਦੇ ਕੋਲ ਆ ਬਾਕੀ ਚੀਜ਼ਾਂ ਵੀ ਨਹੀਂ ਹੁੰਦੀਆਂ, ਨਾ ਮਾਈਟੋਕੌਂਡਰੀਆ ਹੁੰਦਾ, ਨਾ ਗੋਲਜੀ ਆਪਰੇਟਸ ਹੁੰਦਾ, ਇਹ ਘੱਟ ਹੁੰਦੀਆਂ ਨੇ। ਠੀਕ ਹੈ, ਹਾਂ ਸੱਚ ਇੱਕ ਚੀਜ਼ ਰਹਿ ਗਈ, ਥੀਸ ਆਰ 12 ਨੰਬਰ ਰਾਈਬੋਸੋਮਸ, ਥੀਸ ਆਰ ਰਾਈਬੋਸੋਮਸ। ਠੀਕ ਹੈ, ਤਾਂ ਤੁਸੀਂ ਇਹ ਲੇਬਲਿੰਗ ਕਰ ਲੈਣੀ ਆ, ਆਪਦੇ ਹੱਥਾਂ ਨਾਲ ਬਣਾਉਣਾਗਾ ਤਾਂ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਊ। ਅੱਜ ਲਈ ਬੇਟਾ ਇੰਨਾ ਹੀ, ਥੈਂਕ ਯੂ।